वाहिगुरु। धन धन श्री गुरु ग्रंथ साहिब महाराज जी की हजूरी विच जुड़ बैठी गुरु रूप साध संगत जी। हुणे हुणे भैन जी ने कुछ शब्द बोले, धारणा बोली। उच्चा बाबले तो डर कोई ना, रसना ते नाम होवे, वड्डा इस तो वर कोई ना। पिता करे ऐसी अवस्था हर एक दी बने, हर रसना ते हर स्वास ते उस पिता दा नाम होवे। ਉਹਦੇ ਦਰਨ ਦੇ ਜਾਂਦੇ ਰਾਹ ਨੂੰ ਅਸੀਂ ਫੜ ਸਕੀਏ, ਅਰਦਾਸ ਕਰ ਸਕੀਏ, ਉਹ ਕਿਰਪਾ ਕਰੇ ਸਾਨੂੰ ਉਹ ਰਾਹ ਦਿਖਾ ਦੇਵੇ। आओ जुड़न तो पहला दसम पिता की बख्शी हुई फतेह नूं प्रवान करो। वाहिगुरु जी का खालसा, वाहिगुरु जी की फतेह। साध संगत जी, सारी ही संगत नूं बेनती है कि जो लंगर हाल दे विच बैठे हैं वो इत्थे आके गुरु की हाजरी भरो, ताकि असीं उस पिता के नाम के नाल जुड़ सकीए। चरणों में निमरता सहित बेनती है, जिन्होंने मेरे वीरां ने भैणां ने चाह का लंगर छक लिया है वो आके गुरु दरबार दे विच हाजरी देन। गुरु की बाणी, उस पिता की बाणी हुण तक जो लड़ीवार जपजी साहिब की कथा हो रही है, 18 पौड़ियां संपूर्ण हो चुकियां हैं। अज 19वीं पौड़ी की कथा शुरू हो रही है। साध संगत जी, बेनती है कि चुप का दान बख्शो, क्योंकि उस गुरु के नाल जुड़न लई सानू मन की एकाग्रता जरूरी है। कोई भी गलबात जे किसी ने वीर ने या भैन ने करनी है वो बाहर कर सकता है, पर इत्थे प्लीज़ चुप का दान बख्शो। वाहिगुरु। बाबा जी नूं भी साडे वजीर साहब जी नूं बेनती है कि वो कथा दे नाल जुड़न, जो भी कोई गलबात है वो बाद दे विच कर लैन। आओ इस तो अगे जुड़िए। जपजी साहिब की चल रही लड़ीवार कथा, 18 पौड़ियां जो संपूर्ण हो चुकियां हैं, अज 19वीं पौड़ी की कथा है। आओ सब तो पहला 19वीं पौड़ी की जो है बाणी है उसनों सरवण करिए। असंख नावे असंख थाव, अगम अगम असंख लो। असंख कहे सिर पार होए, अखरी नाम अखरी सालाह। अखरी ज्ञान गीत गुण गाह, अखरी लिखण बोलण बाण। अखरां सिर संजोग वखाण, जिस ए लिखै तिस सिर नाहे। जिम फुरमाए तिम तिम पाहै, जेता कीता तेता नाओ। विण नावै नाही को थाओ, कुदरत कवण कहा विचार। वारया न जावा एक वार, जो तुद पावै साई भलीकार। तू सदा सलामत निरंकार। वाहिगुरु जी का खालसा, वाहिगुरु जी की फतेह। धन धन श्री गुरु नानक देव जी महाराज सतगुरु
ਜਿਨ੍ਹਾਂ ਨੇ 3 ਪੌੜੀਆਂ ਦੇ ਵਿੱਚ ਕੁਦਰਤ ਦੀ ਵਿਚਾਰ ਕੀਤੀ ਹੈ। ਅਨੇਕਾਂ ਪ੍ਰਕਾਰ ਦੇ ਜੀਵ ਹਨ, ਕੋਈ ਅੰਤ ਨਹੀਂ ਹੈ। ਕਿੰਨੇ ਕੁ ਜੀਵ, ਧਰਤੀਆਂ, ਕਿੰਨੇ ਸੂਰਜ, ਕਿੰਨੇ ਪ੍ਰਕਾਰ ਦੀ ਹਵਾ, ਜੋ ਗਿਣਿਆ ਨਹੀਂ ਜਾ ਸਕਦਾ। 2 ਚੀਜ਼ਾਂ ਗਿਣਤੀ ਵਿੱਚ ਆਉਣਾ ਤੇ ਗਿਣਤੀ ਦੇ ਵਿੱਚੋਂ ਬਾਹਰ ਹੋ ਜਾਣਾ। ਗਿਣਤੀ ਦੇ ਵਿੱਚ ਆਉਣਾ ਉਹ ਚੀਜ਼ ਹੈ ਜਿਸ ਨੂੰ ਅਸੀਂ ਗਿਣ ਸਕਦੇ ਹਾਂ, ਜਿਸ ਨੂੰ ਅਸੀਂ ਨਾਪ ਤੋਲ ਸਕਦੇ ਹਾਂ, ਜਿਸ ਦੇ ਬਾਰੇ ਦੇ ਵਿੱਚ ਅਸੀਂ ਜਾਣ ਸਕਦੇ ਹਾਂ। ਜੋ ਇਨਸਾਨ ਆਪਣੀ ਬੁੱਧੀ ਦੇ ਆਧਾਰ ਤੇ, ਆਪਣੀ ਮੱਤ ਦੇ ਆਧਾਰ ਤੇ ਕਿਸੇ ਚੀਜ਼ ਨੂੰ ਗਿਣ ਲੈਂਦਾ ਹੈ, ਮਿਣ ਲੈਂਦਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਚੀਜ਼ ਗਿਣਤੀ 'ਚ ਆ ਗਈ, ਇਹ ਸੰਖਿਆ ਹੈ। ਅਸੰਖ ਗੁਰੂ ਸਾਹਿਬ ਅਸੰਖ ਸ਼ਬਦ ਵਰਤਦੇ ਹਨ। ਅਸੰਖ ਦਾ ਮਤਲਬ ਹੈ ਜੋ ਗਿਣਤੀ ਵਿੱਚ ਨਾ ਆ ਸਕੇ। ਬੁੱਧੀ ਦੇ ਵਿਚਾਰ ਤੇ ਅਸੀਂ ਜੋ ਭਗਤੀ ਕਰਦੇ ਹਾਂ, ਅਸੀਂ ਬੁੱਧੀ ਦੇ ਆਧਾਰ ਤੇ ਕਰਦੇ ਹਾਂ। ਸੋਚ ਸੋਚ ਕੇ, ਸੰਭਲ ਸੰਭਲ ਕੇ, ਡਰ ਡਰ ਕੇ। ਜੇ ਅਸੀਂ ਭਗਤੀ ਵੀ ਕਰਨੀ ਹੁੰਦੀ ਹੈ, ਪਾਠ ਵੀ ਕਰਨਾ ਹੁੰਦਾ ਹੈ, ਤਾਂ ਅਸੀਂ ਡਰ ਡਰ ਕੇ ਕਰਦੇ ਹਾਂ, ਦੁਨੀਆ ਕੀ ਕਹੇਗੀ। ਸਾਡੇ ਮਨ ਦੇ ਵਿੱਚ ਇੱਕ ਡਰ ਹੈ। ਅਸੀਂ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਲੈਣਾ, ਜਿਸ ਨੇ ਸਾਨੂੰ ਪੈਦਾ ਕੀਤਾ, ਜਿਸ ਨੇ ਸਾਨੂੰ ਇਸ ਸ੍ਰਿਸ਼ਟੀ ਦੇ ਵਿੱਚ ਸਭ ਕੁਝ ਦਿੱਤਾ, ਅਸੀਂ ਉਸ ਦਾ ਨਾਮ ਲੈਣ ਤੋਂ ਡਰਦੇ ਹਾਂ। ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ। ਇੱਕ ਦਿਨ ਮੈਂ ਪੜ੍ਹ ਰਿਹਾ ਸੀ, ਉਹਦੇ ਵਿੱਚ ਦੱਸਿਆ ਕਿ ਇਨਸਾਨ ਆਪਣੇ ਆਪ ਨੂੰ ਗਰੀਬ ਕਹਿੰਦਾ ਹੈ, ਮੇਰੇ ਕੋਲ ਕੁਝ ਨਹੀਂ ਹੈ। ਪਰ ਉਸ ਪਰਿਪੂਰਨ ਪਰਮਾਤਮਾ ਨੇ ਉਹਨੂੰ ਬਹੁਤ ਹੀ ਅਮੀਰ ਬਣਾ ਕੇ ਭੇਜਿਆ ਹੈ। ਗੁਰੂ ਸਵਾਰਿਓ, ਜੇ ਕਿਸੇ ਦਾ ਇੱਕ ਅੰਗ ਨਾ ਹੋਵੇ ਤੇ ਉਸ ਨੂੰ ਪੁੱਛ ਕੇ ਦੇਖੋ ਉਸ ਦੀ ਕੀਮਤ ਕੀ ਹੈ। ਡਾਕਟਰਾਂ ਨੇ ਇਨਸਾਨ ਦੇ ਸਰੀਰ ਦੀ ਜੋ ਕੀਮਤ ਹੈ, ਮਿਲੀਅਨ ਦੇ ਵਿੱਚ ਲਗਾਈ ਹੈ। ਇਹ ਸਭ ਕੁਝ ਸਾਨੂੰ ਉਸ ਪਰਿਪੂਰਨ ਪਰਮਾਤਮਾ ਕੋਲੋਂ ਦਾਨ ਦੇ ਵਿੱਚ ਮਿਲਿਆ ਹੈ, ਜਿਸ ਦਾ ਅਸੀਂ ਸ਼ੁਕਰਾਨਾ ਕਰਨ ਲੱਗੇ ਵੀ ਕੰਨੀ ਕਤਰਾਉਂਦੇ ਹਾਂ, ਇੱਕ ਦੂਸਰੇ ਤੋਂ ਡਰ ਕੇ ਨਾਮ ਜਪਦੇ ਹਾਂ। ਕਿਤੇ ਸਾਨੂੰ ਕੋਈ ਇਹ ਨਾ ਕਹਿ ਦੇਵੇ ਕਿ ਇਹ ਵੱਡਾ ਭਗਤ ਬਣਿਆ ਫਿਰਦਾ ਹੈ, ਜਾਂ ਕੋਈ ਐਸੀ ਗੱਲ ਜਿਹਦੇ ਨਾਲ ਮੈਨੂੰ ਦੁਨੀਆ ਵਾਲੇ ਕੁਝ ਕਹਿਣ। ਸਾਧ ਸੰਗਤ ਜੀ, ਉਸ ਪਿਤਾ ਦਾ ਨਾਮ ਲੈਣਾ ਜੀਵਨ ਦੇ ਵਿੱਚ ਬਰਕਤ ਆਉਣ ਦੀ ਗੱਲ ਹੈ। ਉਸ ਪਿਤਾ ਦਾ ਨਾਮ ਲੈਣ ਤੋਂ ਕਦੇ ਵੀ ਕਤਰਾਉਣਾ ਨਹੀਂ ਚਾਹੀਦਾ। ਬੁੱਧੀ ਦੇ ਵਿਚਾਰ ਦੇ ਉੱਤੇ ਅਸੀਂ ਗਿਣ ਗਿਣ ਕੇ ਪਾਠ ਕਰਦੇ ਹਾਂ। ਉਹ ਜੋ ਪਾਠ ਕਰਦੇ ਹਾਂ, ਅਸੀਂ ਕਈ ਵਾਰੀ ਮਨ ਵੀ ਨਹੀਂ ਹੁੰਦਾ, ਮੱਥੇ ਤੇ ਤਿਉੜੀਆਂ ਪਾ ਕੇ ਵੀ ਕਰਦੇ ਹਾਂ, ਸੋਚ ਸੋਚ ਕੇ ਕਰਦੇ ਹਾਂ। ਬਾਣੀ ਜੋ ਹੈ ਉਹ 3 ਪ੍ਰਕਾਰ ਦੀ ਹੈ। ਗਿਣ ਗਿਣ ਕੇ ਕਰਨਾ ਜੋ ਹੈ, ਭਾਵੇਂ ਉਹ ਧਾਰਮਿਕ ਕਰਮ ਹੀ ਹੋਵੇ, ਉਹ ਪ੍ਰਵਾਨ ਨਹੀਂ ਚੜ੍ਹਦਾ। ਧਾਰਮਿਕ ਕਰਮ ਮਨ ਦੀ ਸ਼ੁੱਧੀ ਤੋਂ, ਗਿਣਤੀ ਤੋਂ ਬਾਹਰ ਜਾ ਕੇ ਜਦੋਂ ਅਸੀਂ ਕਰਦੇ ਹਾਂ, ਉਹ ਚੀਜ਼ ਪ੍ਰਵਾਨ ਹੁੰਦੀ ਹੈ। 3 ਪ੍ਰਕਾਰ ਦੀ ਬਿਰਤੀ ਹੈ ਸਾਡੀ। ਰਜੋਗੁਣ, ਰਾਜਸੀ ਬਿਰਤੀ, ਤਮੋਗੁਣ, ਤਾਮਸੀ ਬਿਰਤੀ ਦੇ ਵਿੱਚ ਅਸੀਂ ਕਰਦੇ ਹਾਂ, ਜਿਹਦੇ ਵਿੱਚ ਸਰੀਰ ਦੇ ਖਾਣ ਪੀਣ ਦਾ, ਉਹਦੀ ਜਿਹੜੀ ਲਾਲਸਾ ਹੈ ਉਹ ਵਿੱਚ ਆਉਂਦੀ ਹੈ।
ਸਤੋ ਗੁਣ ਉਹ ਹੁੰਦੇ ਹਨ ਜੋ ਧਰਮ ਦੇ ਕਾਰਜ ਹਨ। ਧਰਮ ਦੇ ਕਾਰਜ ਜੋ ਹੈ ਉਹ ਸਤੋ ਗੁਣ ਦੇ ਵਿੱਚ ਹੁੰਦੇ ਹਨ। ਅਸੀਂ ਜੋ ਹਾਂ, ਅਸੀਂ ਬੁੱਧੀ ਦੇ ਤਲ ਤੇ ਜਿਉਂਦੇ ਹਾਂ। ਬੁੱਧੀ ਦੇ ਤਲ ਦੇ ਉੱਤੇ ਆਨੰਦ ਨਹੀਂ ਹੈ। ਬੁੱਧੀ ਦੇ ਤਲ ਦੇ ਉੱਤੇ ਆਨੰਦ ਨਹੀਂ ਹੈ, ਕਿਉਂਕਿ ਜੋ ਅਧਿਆਤਮਕ ਦੁਨੀਆ ਹੈ, ਮੈਂ ਭੈਣ ਜੀ ਨੂੰ ਬੇਨਤੀ ਕਰਾਂਗਾ ਕਿ ਇਸ ਬੱਚੀ ਨੂੰ ਜੇ ਤੁਸੀਂ ਦੂਸਰੇ ਅੰਦਰ ਲਿਜਾ ਕੇ ਬੈਠ ਜਾਓ, ਉੱਥੇ ਵੀ ਸਪੀਕਰ ਲੱਗਾ ਹੋਇਆ ਹੈ, ਤਾਂ ਕਿ ਜੋ ਹੈ ਸਾਧ ਸੰਗਤ ਦਾ ਮਨ ਲੱਗ ਸਕੇ। ਬੇਨਤੀ ਹੈ ਉਹਨਾਂ ਦੇ ਚਰਨਾਂ 'ਚ। ਸਤੋ ਗੁਣ ਧਰਮ ਦੇ ਕੰਮ ਜੋ ਹਨ। ਬੁੱਧੀ ਦੇ ਤਲ ਤੋਂ ਅੱਗੇ ਜਿੱਥੋਂ ਸਾਡੀ ਸੋਚ ਖਤਮ ਹੋ ਜਾਂਦੀ ਹੈ, ਉੱਥੇ ਜਾ ਕੇ ਧਰਮ ਦੀ ਦੁਨੀਆ ਸ਼ੁਰੂ ਹੁੰਦੀ ਹੈ। ਇਹ ਰਚਨਾ ਜੋ ਬਣਾਈ ਹੈ ਉਸ ਦਾ ਕੋਈ ਅੰਤ ਨਹੀਂ ਹੈ। ਅਸੀਂ ਗੁਰੂ ਦੇ ਗਿਆਨ ਬਾਰੇ ਗੱਲ ਕਰਦੇ ਹਾਂ। ਹੁਣ ਇਨਸਾਨ ਦੀ ਬੁੱਧੀ ਕਿਤਨੀ ਕੁ ਹੈ? ਪੁਰਾਣੇ ਸਮਿਆਂ ਦੇ ਵਿੱਚ ਅਸੀਂ ਲੈਂਪ ਜਗਾਇਆ ਕਰਦੇ ਸੀ, ਜਿਹਦਾ ਜੋ ਚਾਨਣ ਸੀ ਬਹੁਤ ਦੂਰ ਤੱਕ ਨਹੀਂ ਸੀ ਜਾ ਸਕਦਾ। ਉਹ ਅਸੀਂ ਹੱਥ ਦੇ ਵਿੱਚ ਫੜ ਕੇ ਲੈ ਕੇ ਜਾਂਦੇ ਸਾਂ ਤੇ ਉਸ ਨੂੰ ਉੱਪਰ ਚੱਕ ਕੇ ਥੋੜੀ ਦੂਰ ਤੱਕ ਦੇਖਣਾ। ਹੁਣ ਤੇ ਖੈਰ ਉਹ ਨਹੀਂ ਰਹੀਆਂ। ਇੱਕ ਸਰਚ ਲਾਈਟ ਹੁੰਦੀ ਹੈ ਜੋ ਬਹੁਤ ਦੂਰ ਤੱਕ ਜਾਂਦੀ ਹੈ। ਹੁਣ ਜਿਹੜੀ ਉਹ ਲੈਂਪ ਹੈ, ਉਹ ਇੱਕ ਇਨਸਾਨ ਦੀ ਬੁੱਧੀ ਦੀ ਤਰ੍ਹਾਂ ਹੈ। ਉਹ ਛੋਟੀ ਜਿਹੀ ਲੈਂਪ, ਉਹਦੇ ਵਿੱਚੋਂ ਜੋ ਚਾਨਣ ਨਿਕਲਦਾ ਹੈ, ਉਸ ਚਾਨਣ ਦੇ ਵਿੱਚੋਂ ਹੀ ਇੱਕ ਧੂੰਆਂ ਨਿਕਲਦਾ ਹੈ, ਇੱਕ ਕਾਲਕ ਨਿਕਲਦੀ ਹੈ ਜੋ ਉਸ ਚਿਮਨੀ ਨੂੰ ਕਾਲਾ ਕਰ ਦਿੰਦੀ ਹੈ। ਜਦੋਂ ਚਿਮਨੀ ਕਾਲੀ ਹੋ ਜਾਂਦੀ ਹੈ, ਕਿੰਨੀ ਕੁ ਦੂਰ ਤੱਕ ਦੇਖ ਸਕਾਂਗੇ? ਅਸੀਂ ਉੱਥੋਂ ਤੱਕ ਹੀ ਸੋਚ ਸਕਦੇ ਹਾਂ ਆਪਣੀ ਮੱਤ ਦੇ ਨਾਲ, ਆਪਣੀ ਸੋਚ ਦੇ ਨਾਲ, ਆਪਣੀ ਬੁੱਧੀ ਦੇ ਨਾਲ, ਜਿੱਥੋਂ ਤੱਕ ਅਸੀਂ ਦੇਖ ਸਕਦੇ ਹਾਂ। ਔਰ ਉੱਥੋਂ ਤੱਕ ਹੀ ਅਸੀਂ ਪਰਮਾਤਮਾ ਦੇ ਬਾਰੇ ਵੀ ਉਨਾ ਹੀ ਦੱਸ ਸਕਦੇ ਹਾਂ ਜਿੰਨੀ ਸਾਡੀ ਮੱਤ ਹੈ। ਹੁਣ ਉਹ ਲਾਲਟੈਨ ਦੀ ਤਰ੍ਹਾਂ ਉਹਦੇ ਵਿੱਚ ਜਿਹੜਾ ਥੋੜਾ ਬਹੁਤ ਚਾਨਣ ਸੀ, ਉਹਦੀ ਆਪਣੀ ਹੀ ਲਾਟ ਦੇ ਵਿੱਚੋਂ ਕਾਲਕ ਨਿਕਲੀ, ਉਸ ਚਿਮਨੀ ਨੂੰ ਲੱਗ ਗਈ। ਜਿਹੜਾ ਥੋੜਾ ਬਹੁਤ ਦਿਸਦਾ ਸੀ ਉਹ ਬੰਦ ਹੋ ਗਿਆ। ਹੁਣ ਇਨਸਾਨ ਦੇ ਕੋਲ ਕੀ ਹੈ? ਗਿਆਨ ਹੈ। ਇੱਕ ਸਾਡੀ ਮੱਤ ਸੀਮਤ, ਸਾਡੀ ਬੁੱਧ ਸੀਮਤ। ਦੂਸਰਾ, ਉਸੇ ਹੀ ਥੋੜੇ ਜਿਹੇ ਗਿਆਨ ਦੇ ਵਿੱਚੋਂ ਹੰਕਾਰ ਦਾ ਧੂੰਆਂ ਨਿਕਲਿਆ। ਜਿਹੜੇ ਸਾਡੇ ਮਨ ਦੀ ਚਿਮਨੀ ਸੀ, ਉਹ ਜਿੰਨਾ ਕੁ ਸਾਡੇ ਕੋਲ ਗਿਆਨ ਸੀ, ਉਹ ਸਾਡੇ ਗਿਆਨ ਦੇ ਚਾਨਣ ਦੇ ਵਿੱਚੋਂ ਹੰਕਾਰ ਰੂਪੀ ਕਾਲਕ ਨਿਕਲੀ ਤੇ ਉਹਨੇ ਸਾਡੇ ਮਨ ਦੀ ਚਿਮਨੀ ਨੂੰ ਕਾਲਾ ਕਰ ਦਿੱਤਾ। ਹੁਣ ਜਿਸ ਤਰ੍ਹਾਂ ਉਸ ਲਾਲਟਾਈਨ ਦੇ ਨਾਲ ਅਸੀਂ ਦੂਰ ਤੱਕ ਨਹੀਂ ਦੇਖ ਸਕਦੇ, ਇਸੇ ਤਰ੍ਹਾਂ ਸਾਡੀ ਮੱਤ, ਸਾਡੀ ਬੁੱਧੀ, ਉਹ ਤੇ ਅਪਰੰਪਾਰ ਹੈ। ਉਹ ਪਿਤਾ, ਅਸੀਂ ਤੇ ਉਹਦੀ ਕੁਦਰਤ ਬਾਰੇ ਵੀ ਵਿਆਖਿਆ ਨਹੀਂ ਕਰ ਸਕਦੇ। ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਕੁਦਰਤ ਕਵਣ ਕਹਾਂ ਵਿਚਾਰ। ਮੈਂ ਤੇ ਇੰਨਾ ਵੀ ਨਹੀਂ ਕਰ ਸਕਦਾ, ਇੰਨੀ ਵੀ ਸਮਰੱਥਾ ਨਹੀਂ ਰੱਖਦਾ ਕਿ ਮੈਂ ਉਸ ਤੋਂ ਵਾਰਿਆ ਜਾਵਾਂ। ਜਾਂ ਇਸ ਦੇ ਦੂਸਰੇ ਅਰਥ ਇਹ ਵੀ ਕਰਦੇ ਹਨ ਕਿ ਜਿਸ ਤਰ੍ਹਾਂ ਇਨਸਾਨ ਸਲਾਹ ਬਣਾਉਂਦਾ ਹੈ ਮਨ ਨਾਲ, ਮੈਂ ਉੱਥੇ ਜਾ ਹੀ ਨਾ ਆਵਾਂ, ਇਸੇ ਤਰ੍ਹਾਂ ਗੁਰੂ ਸਾਹਿਬ ਕਿ ਮੈਂ ਉਸ ਪਿਤਾ ਤੋਂ, ਉਸ ਅਕਾਲ ਪੁਰਖ ਤੋਂ ਕੁਰਬਾਨ ਹੀ ਨਾ ਹੋ ਜਾਵਾਂ। ਤਾਂ ਇੰਨੀ ਸਮਰੱਥਾ ਨਹੀਂ ਹੈ ਕਿ ਅਸੀਂ ਉਸ ਤੋਂ ਕੁਰਬਾਨ ਹੋ ਸਕੀਏ। ਅਸੀਂ ਤੇ ਉਸ ਦੀ ਕੁਦਰਤ ਦੀ ਵਿਆਖਿਆ ਹੀ ਨਹੀਂ ਕਰ ਸਕਦੇ। ਇਸ ਛੋਟੀ ਜਿਹੀ ਮੱਤ ਨਾਲ, ਇਸ ਛੋਟੇ ਜਿਹੇ ਗਿਆਨ ਦੇ ਨਾਲ ਜਿਹੜਾ ਸਾਡੇ ਕੋਲ ਸੀ, ਉਹ ਚੋਂ ਹੰਕਾਰ ਦਾ ਧੂੰਆਂ ਨਿਕਲਿਆ, ਮਨ ਦੀ ਚਿਮਨੀ ਕਾਲੀ ਹੋ ਗਈ। ਹੁਣ ਉੱਥੇ ਜਾ ਕੇ ਅਸੀਂ ਕੀ ਕੀਤਾ? ਅਸੀਂ ਉੱਥੇ ਜਾ ਕੇ ਪਰਮਾਤਮਾ ਦੀ ਪਰਿਭਾਸ਼ਾ ਕਰਨ ਲੱਗ ਗਏ। ਆਪਣੀ ਉਸ ਛੋਟੀ ਜਿਹੀ ਮੱਤ ਦੇ ਨਾਲ ਪਰਮਾਤਮਾ ਆ ਹੈ।
ਜੋ ਅਸੰਖ ਹੈ। ਅਗਲੀਆਂ ਪੌੜੀਆਂ ਦੇ ਵਿੱਚ ਆਵੇਗਾ, ਇਸੇ ਪੌੜੀ ਦੇ ਵਿੱਚ ਅਗਲੀ ਪੰਕਤੀ ਦੇ ਵਿੱਚ ਆਵੇਗਾ, ਅਸੰਖ ਕਹੇ ਸਿਰ ਭਾਰ ਹੋਏ। ਉਹ ਭਾਰ ਕਿਉਂ ਹੁੰਦਾ ਹੈ? ਜਦੋਂ ਅਸੀਂ ਇਸ ਮੱਤ ਦੇ ਨਾਲ, ਜਦੋਂ ਅਸੀਂ ਅਸੰਖ ਵੀ ਕਹਿੰਦੇ ਹਾਂ ਨਾ ਉਸ ਪਿਤਾ ਨੂੰ, ਤਾਂ ਵੀ ਉਹ ਗਿਣਤੀ ਦੇ ਵਿੱਚ ਆ ਜਾਂਦਾ ਹੈ। ਉਸ ਚੀਜ਼ ਦਾ ਵੀ ਸਾਡੇ ਤੇ ਭਾਰ ਚੜ੍ਹਦਾ ਹੈ। ਅਸੀਂ ਉਸ ਦੀ ਸੀਮਾ ਤੈਅ ਕਰ ਲਈ। ਇਤਨੇ ਸਾਰੇ ਧਰਮ, ਰੱਬ ਦਾ ਉਹਨੂੰ ਆਪਾਂ ਨਵਾਂ ਨਵਾਂ ਨਾਮ ਦਿੱਤਾ। ਕੋਈ ਖੁਦਾ, ਕੋਈ ਅੱਲਾ, ਕੋਈ ਰਾਮ, ਕੋਈ ਮਸੀਹ, ਕੋਈ ਕਿਸੇ ਤਰ੍ਹਾਂ ਜਪਦਾ ਹੈ। ਉਸ ਪਿਤਾ ਦੇ ਨਾਮ ਹਨ, ਨਾਮ ਜਪਣੇ ਚਾਹੀਦੇ। ਪਰ ਇਹ ਕਿੱਥੋਂ ਨਿਕਲੇ ਸਾਰੇ? ਇਹ ਨਿਕਲੇ ਇਨਸਾਨ ਦੀ ਇਸ ਛੋਟੀ ਜਿਹੀ ਮੱਤ ਦੇ ਵਿੱਚੋਂ। ਜਿੱਥੋਂ ਤੱਕ ਉਹ ਦੇਖ ਸਕਿਆ ਉਹਨੇ ਉਹਦੀ ਸੀਮਾ ਬਣਾ ਦਿੱਤੀ। ਪਰਮਾਤਮਾ ਐਡਾ ਹੀ ਹੈ, ਔਰ ਉਸ ਸੀਮਾ ਦੇ ਵਿੱਚ ਰੱਖ ਕੇ ਉਸਨੇ ਪਰਮਾਤਮਾ ਦੀ ਪਰਿਭਾਸ਼ਾ ਕੀਤੀ। ਪਰ ਗੁਰੂ ਸਾਹਿਬ ਕੀ ਫਰਮਾਨ ਕਰਦੇ ਹਨ? ਕਹਿੰਦੇ ਨਹੀਂ, ਅਸੀਂ ਤੇ ਉਹਦੀ ਕੁਦਰਤ ਦੀ ਵਿਚਾਰ ਹੀ ਨਹੀਂ ਕਰ ਸਕਦੇ, ਤੇ ਉਸ ਅਪਰੰਪਾਰ ਤੱਕ ਪਹੁੰਚਣਾ ਤੇ ਬੜੀ ਦੂਰ ਦੀ ਗੱਲ ਹੈ। ਸਾਡੀ ਜੋ ਮੱਤ ਹੈ, ਜੋ ਗਿਆਨ ਹੈ ਅਸੀਂ ਲੈਂਦੇ ਹਾਂ, ਉਹਦੇ ਵਿੱਚੋਂ ਹੰਕਾਰ ਦਾ ਕਦੇ ਧੂੰਆਂ ਨਿਕਲ ਨਾ ਦਿਓ, ਕਿਉਂਕਿ ਉਹ ਪਿਤਾ ਜੋ ਹੈ ਉਹ ਬਹੁਤ ਵੱਡਾ ਹੈ। ਪਹਿਲੀ ਗੱਲ, ਅਸੀਂ ਜਾਣ ਹੀ ਨਹੀਂ ਸਕਦੇ ਕਿ ਉਹਦੀ ਬੇਅੰਤਤਾ ਉਸ ਕੁਦਰਤ ਦੀ ਕਿੱਥੇ ਹੈ, ਕਿੰਨੀ ਹੈ ਉਸ ਕੁਦਰਤ ਦੀ ਬੇਅੰਤਤਾ। ਪਰ ਜੇਕਰ ਅਸੀਂ ਜਾਣ ਲਈਏ ਤੇ ਸਾਡਾ ਗਲਾ ਜੋ ਹੈ ਉਹ ਅਵਰੁੱਧ ਹੋ ਜਾਂਦਾ ਹੈ। ਗਲਾ ਕਹਿ ਨਹੀਂ ਸਕਦਾ ਕੁਝ। ਜਦੋਂ ਵੀ ਕਿਸੇ ਭਗਤ ਨੂੰ ਗਿਆਨ ਹੋਇਆ ਹੈ, ਉਹ ਕੁਝ ਕਹਿ ਨਹੀਂ ਸਕਿਆ। ਉਸਨੇ ਕੁਝ ਵੀ ਨਹੀਂ ਕਿਹਾ, ਕਿਉਂਕਿ ਉਸਦਾ ਜਿਹੜਾ ਗਲਾ ਹੈ ਅਵਰੁੱਧ ਹੋ ਗਿਆ, ਬੰਦ ਹੋ ਗਿਆ। ਉਹ ਕਹਿਣ ਤੋਂ ਅਸਮਰੱਥ ਹੋ ਗਿਆ। ਅਸੀਂ ਉਨਾ ਚਿਰ ਹੀ ਕਹਿ ਸਕਦੇ ਹਾਂ ਜਿੰਨਾ ਚਿਰ ਅਸੀਂ ਬੁੱਧੀ ਦੇ ਤਲ ਤੇ ਚੱਲਦੇ ਹਾਂ। ਅਸੀਂ ਬੁੱਧੀ ਦੇ ਤਲ ਦੇ ਉੱਤੇ ਹੀ ਹਰ ਚੀਜ਼ ਜਿਹੜੀ ਹੈ ਉਸ ਨੂੰ ਅਸੀਂ ਜਿਹੜਾ ਹੈ ਉਹਦੀ ਸੀਮਾ ਕਰਦੇ ਹਾਂ, ਉਸ ਦੀ ਪਰਿਭਾਸ਼ਾ ਕਰਦੇ ਹਾਂ। ਪਰ ਜਦੋਂ ਗੁਰੂ ਦਾ ਦਰ ਸ਼ੁਰੂ ਹੁੰਦਾ ਹੈ, ਜਦੋਂ ਉਸ ਪਿਤਾ ਦੀ ਸਮਝ ਆਉਂਦੀ ਹੈ, ਉਸ ਨਾਮ ਦੀ ਸਮਝ ਆਉਂਦੀ ਹੈ, ਹੁਣ ਜਿਸ ਤਰ੍ਹਾਂ ਅਸੀਂ ਬਹੁਤ ਸਾਰੇ ਉਪਾਅ ਕਰਦੇ ਹਾਂ ਕਿ ਸਾਡਾ ਜਿਹੜਾ ਅਗਿਆਨ ਹੈ ਉਸ ਨੂੰ ਦੂਰ ਕੀਤਾ ਜਾਵੇ। ਹੁਣ ਇਹ ਕੀ ਹੈ? ਸਾਡੇ ਮਨ ਦੇ ਅੰਦਰ ਕੀ ਹੈ? ਇੱਕ ਹਨੇਰਾ ਹੈ। ਹੁਣ ਇੱਕ ਕਮਰੇ ਦੇ ਵਿੱਚ ਅੰਧੇਰਾ ਹੈ। ਹੁਣ ਅਸੀਂ ਉਸ ਕਮਰੇ ਦੇ ਵਿੱਚ ਜਾ ਕੇ ਉਸ ਅੰਧੇਰੇ ਨੂੰ ਕੱਟਣ ਦੀ, ਵੱਢਣ ਦੀ ਕੋਸ਼ਿਸ਼ ਕਰੀਏ, ਉਹਦੇ ਵਿੱਚ ਤਲਵਾਰਾਂ ਮਾਰੀਏ, ਸੋਟੀ ਲੈ ਕੇ ਜਾਂ ਕੋਈ ਚੀਜ਼ ਲੈ ਕੇ ਉਹਦੇ ਤੇ ਵਾਰ ਕਰੀਏ, ਸਾਧ ਸੰਗਤ ਜੀ, ਉਹ ਅੰਧੇਰਾ ਦੂਰ ਹੋ ਜਾਏਗਾ? ਨਹੀਂ, ਕਿਉਂਕਿ ਉਹਦੀ ਜੁਗਤ ਹੀ ਨਹੀਂ ਹੈ। ਇਸੇ ਤਰ੍ਹਾਂ ਅਸੀਂ ਵੀ ਜੋ ਕਰਮ ਕਾਂਡ ਹਨ, ਉਹਨਾਂ ਦੇ ਵਿੱਚ ਫਸ ਕੇ ਜੋ ਚੀਜ਼ਾਂ ਅਸੀਂ ਕਰਦੇ ਹਾਂ ਧਾਰਮਿਕ ਤੌਰ ਦੇ ਉੱਤੇ, ਉਹ ਜੋ ਹੈ ਉਸ ਅੰਧੇਰੇ ਦੇ ਵਿੱਚ ਤਲਵਾਰ ਮਾਰਨ ਵਾਲੀ ਗੱਲ ਹੈ। ਹੁਣ ਉਸ ਦਾ ਕੀ ਹੈ? ਉਹ ਤਾਂ ਸਿਰਫ ਛੋਟਾ ਜਿਹਾ ਕਿ ਇੱਕ ਛੋਟਾ ਜਿਹਾ ਦੀਵਾ ਕਮਰੇ ਦੇ ਵਿੱਚ ਰੱਖ ਦਿਓ ਤੇ ਅੰਧੇਰਾ ਖਤਮ। ਹੁਣ ਸਾਡੇ ਅੰਦਰ ਦਾ ਅੰਧੇਰਾ ਜਿਹੜਾ ਉਹ ਕਿਹਦੇ ਨਾਲ ਖਤਮ ਹੋਣਾ? ਨਾਮ ਦੇ ਨਾਲ। ਜੇ ਅਸੀਂ ਨਾਮ ਦਾ ਦੀਵਾ ਆਪਣੇ ਅੰਦਰ ਬਾਲਾਂਗੇ, ਉਹ ਦੀਵੇ ਦੇ ਨਾਲ ਚਾਨਣ ਹੋਏਗਾ, ਫਿਰ ਸਾਡੇ ਅੰਦਰ ਜੋ ਅੰਧਿਆਰਾ ਹੈ ਉਹ ਖਤਮ ਹੋ ਸਕਦਾ ਹੈ। ਪਰ ਅਸੀਂ ਹੋਰ ਉਪਾਅ ਕਰਕੇ, ਕਿਉਂਕਿ ਉਹਦੀ ਵਿਧੀ ਨਹੀਂ ਹੈ, ਜਿਹੜੀ ਚੀਜ਼ ਦੀ ਜਿਹੜੀ ਵਿਧੀ ਹੈ ਉਹ ਉਹਦੇ ਨਾਲ ਹੀ ਦੂਰ ਹੋ ਸਕਦੀ ਹੈ। ਪਰਮਾਤਮਾ ਦੇ ਨਾਮ ਦੇ ਨਾਲ ਹੀ ਸਾਡੇ ਮਨ ਦਾ ਜੋ ਅੰਧੇਰਾ ਹੈ ਉਹ ਬੰਦ ਹੁੰਦਾ ਹੈ। ਇਸੇ ਤਰ੍ਹਾਂ ਹੀ ਜਦੋਂ ਇਨਸਾਨ ਫਿਰ ਬੋਲਣ ਦੀ ਸ਼ਕਤੀ ਖੋ ਦਿੰਦਾ ਹੈ, ਜਦੋਂ ਬੁੱਧੀ ਦੇ ਤਲ ਤੋਂ ਅੱਗੇ ਜਾਂਦਾ, ਕਿਉਂਕਿ ਉਹ ਪਰੇ ਦੀ ਗੱਲ ਹੈ, ਉਹ ਦੁਨੀਆ ਤੋਂ ਪਰੇ ਦੀ ਗੱਲ ਹੈ। ਅਸੀਂ ਜਿਸ ਤਰ੍ਹਾਂ ਕੋਈ ਵੀ ਗੱਲ ਹੈ ਇਸ ਦੁਨੀਆ ਦੀ ਕਰਦੇ ਹਾਂ, ਪਰ ਜਦੋਂ ਕੋਈ ਭਗਤ ਉਸ ਦੇ ਨਾਮ ਨਾਲ ਜੁੜਦਾ ਹੈ ਉਸ ਤੇ ਪਰੇ ਦੀ ਗੱਲ ਕਰਦਾ ਹੈ। ਇਸੇ ਲਈ ਹੀ ਭਗਤਾਂ ਨੂੰ ਉੱਥੇ ਕੀ ਹੈ, ਕਹਿ ਦਿੰਦੇ ਪਾਗਲ ਹੈ। ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੇ ਪਰਿਵਾਰ ਦੀ ਦਾਸੀ, ਉਹਨਾਂ ਨੂੰ ਮਾਤਾ ਤ੍ਰਿਪਤਾ ਜੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੂੰ ਜਗਾ ਦਿਓ। ਉਹ ਜਗਾਉਣ ਗਈ ਹੈ, ਚਰਨਾਂ ਵਾਲੇ ਪਾਸੇ ਬੈਠੀ ਹੈ। ਜਦੋਂ ਹੱਥ ਲੱਗੇ ਗੁਰੂ ਦੇ ਚਰਨਾਂ ਨੂੰ
ਤੇ ਉਸ ਦੇ ਅੰਦਰ ਉਹ ਲਾਈਟ ਜਗ ਗਈ, ਉਹ ਚਾਨਣ ਹੋ ਗਿਆ। ਉਸਨੂੰ ਇਹ ਪਤਾ ਲੱਗਾ, ਉਸਨੂੰ ਕਈ ਧਰਤੀਆਂ ਦੇ, ਕਈ ਸੂਰਜਾਂ ਦੇ, ਕਈ ਬ੍ਰਹਿਮੰਡ ਦੇ ਪੂਰੇ ਦੇ ਉਸਨੂੰ ਦਰਸ਼ਨ ਹੋਏ। ਉਸਨੂੰ ਇਹ ਪਤਾ ਲੱਗਾ ਕਿ ਗੁਰੂ ਸਾਹਿਬ ਇੱਥੇ ਨਹੀਂ ਹਨ, ਉਹ ਕਿਤੇ ਕਿਸੇ ਦਾ ਸਮੁੰਦਰ ਦੇ ਵਿੱਚੋਂ ਜਹਾਜ਼ ਕੱਢ ਰਹੇ ਹਨ। ਜਦੋਂ ਉਹ ਗੱਲ ਉਹਨੇ ਆ ਕੇ ਮਾਤਾ ਤ੍ਰਿਪਤਾ ਜੀ ਨੂੰ ਕਹੀ ਤੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੀ, ਜਦੋਂ ਗੁਰੂ ਸਾਹਿਬ ਨੂੰ ਪੁੱਛਿਆ, ਗੁਰੂ ਸਾਹਿਬ ਕਹਿੰਦੇ ਤੇ ਕਮਲੀ ਹੈ। ਉਹ ਸਾਰੀ ਉਮਰ ਲਈ ਕਮਲੀ ਹੋ ਗਈ ਸੀ। ਜਦੋਂ ਬੇਬੇ ਨਾਨਕੀ ਜੀ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਇਹਨੂੰ ਤੇ ਪਤਾ ਨਹੀਂ ਸੀ, ਤੁਸੀਂ ਇੱਦਾਂ ਦਾ ਕਾਹਤੋਂ ਸ਼ਰਾਪ ਦੇਣਾ ਸੀ ਜਾਂ ਤੁਸੀਂ ਇਸ ਤਰ੍ਹਾਂ ਦੇ ਬਚਨ ਕਿਉਂ ਕਰਨੇ ਸੀ, ਤਾਂ ਗੁਰੂ ਸਾਹਿਬ ਨੇ ਉਸ ਵੇਲੇ ਉਸ ਦਾਸੀ ਨੂੰ ਬਚਨ ਕੀਤੇ ਸੀ ਕਿ ਇਹ ਦੁਨੀਆ ਦੇ ਤਲ ਦੇ ਉੱਤੇ ਪਾਗਲ ਰਹੇਗੀ, ਪਰ ਅੰਦਰ ਜਿਹੜਾ ਹੈ ਇਸ ਨੂੰ ਪੂਰਾ ਗਿਆਨ ਹੋਵੇਗਾ। ਉਹ ਲਾਈਟ ਜਿਹੜੀ ਹੈ ਉਹ ਉਸ ਦੇ ਅੰਦਰ ਜਗੀ ਸੀ। ਜਦੋਂ ਉਹ ਚਾਨਣ ਸਾਡੇ ਵਿੱਚ ਆਵੇਗਾ, ਉਹ ਦੀਵਾ ਜਲੇਗਾ, ਤਾਂ ਹੀ ਅਸੀਂ ਇਸ ਪਰਿਪੂਰਨ ਪਰਮਾਤਮਾ ਦੀ ਗੁਰਬਾਣੀ ਦੇ ਨਾਲ ਜੁੜ ਸਕਾਂਗੇ। ਅਭਿਆਸ ਕਰਨ ਨਾਲ ਗੁਰਬਾਣੀ ਦਾ ਮਨ ਜੋ ਹੈ ਉਹ ਗੁਰਬਾਣੀ ਨੂੰ ਪਕੜਦਾ ਹੈ। ਉਹ ਹਿਸਾਬ ਕਿਤਾਬ ਗਿਣਤੀ ਦੀ ਦੁਨੀਆ ਤੋਂ ਪਰੇ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ, ਅਖਰੀ ਨਾਮ ਅਸੰਖ ਨਾਮ ਅਸੰਖ ਥਾਮ, ਕਿ ਉਸ ਪਿਤਾ ਦੇ ਅਸੰਖ ਹੀ ਨਾਮ ਹਨ। ਹੁਣ ਜਦੋਂ ਵੀ ਇਸ ਸੰਸਾਰ ਦੇ ਉੱਤੇ ਕਿਸੇ ਚੀਜ਼ ਨੂੰ ਸੰਬੋਧਨ ਕਰਨਾ ਹੁੰਦਾ ਹੈ, ਸਭ ਤੋਂ ਪਹਿਲਾਂ ਧਰਤੀ ਤੇ ਜਦੋਂ ਮਨੁੱਖ ਸਨ, ਉਹਨਾਂ ਕੋਲ ਜਦੋਂ ਭਾਸ਼ਾ ਨਹੀਂ ਸੀਗੀ ਤੇ ਉਹ ਇੱਕ ਦੂਸਰੇ ਨੂੰ ਸਿਰ ਹਿਲਾ ਕੇ ਗੱਲ ਕਰਦੇ ਸਨ, ਨਾਂ ਦੇ ਵਿੱਚ, ਹਾਂ ਦੇ ਵਿੱਚ। ਉਸ ਤੋਂ ਬਾਅਦ ਜਦੋਂ ਭਾਸ਼ਾ ਦਾ ਗਿਆਨ ਹੋਇਆ, ਨਾਮ ਰੱਖਣ ਲੱਗ ਗਏ, ਅਸੰਖ ਨਾਮ। ਹਰ ਇੱਕ ਚੀਜ਼ ਦਾ ਨਾਮ ਹੈ। ਨਾਮਕਰਨ ਜੋ ਹੈ ਉਹ ਬਾਅਦ ਦੇ ਵਿੱਚ ਹੁੰਦਾ ਹੈ। ਹਰ ਕੁਦਰਤ ਦੀ ਚੀਜ਼ ਜੋ ਇਹ ਬ੍ਰਹਿਮੰਡ, ਇਹ ਖੰਡ ਸਾਰੇ ਜੋ ਹਨ, ਉਹ ਪਹਿਲਾਂ ਪੈਦਾ ਹੋਏ ਹਨ। ਨਾਮ ਜੋ ਹੈ ਉਹਨਾਂ ਦਾ ਬਾਅਦ ਦੇ ਵਿੱਚ ਰੱਖਿਆ ਗਿਆ ਹੈ। ਉਹ ਜੋ ਨਾਮ ਸਨ, ਇਨਸਾਨ ਨੂੰ ਨਾਮ ਦਿੱਤਾ ਗਿਆ, ਪਸ਼ੂ ਪੰਛੀਆਂ ਨੂੰ ਜਿਸ ਤਰ੍ਹਾਂ ਉਹ ਆਪਣੀ ਹੋਂਦ ਸਿਰਫ ਆਵਾਜ਼ ਦੇ ਕੇ ਕਰ ਸਕਦੇ ਹਨ ਕਿ ਇਹ ਗਿੱਦੜ ਬੋਲ ਰਿਹਾ ਹੈ। ਜਿਹੜੀ ਭਾਸ਼ਾ ਦੀ ਗੱਲ ਹੈ, ਬੋਲੀ ਦੀ ਗੱਲ ਹੈ, ਉਹ ਸਿਰਫ ਇਨਸਾਨ ਦੇ ਕੋਲ ਹੀ ਹੈ। ਅਸੀਂ ਹੀ ਦੱਸ ਸਕਦੇ ਹਾਂ ਅਸੀਂ ਕਿੱਥੋਂ ਆਏ ਹਾਂ, ਕਿੱਥੇ ਜਾਣਾ ਹੈ, ਅਸੀਂ ਕੀ ਕਰਨਾ। ਇਹ ਸਿਰਫ ਪਰਮਾਤਮਾ ਨੇ ਇਨਸਾਨ ਨੂੰ ਹੀ ਦਿੱਤੀ ਹੈ। ਮਨੁੱਖ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਮ ਰੱਖਣ ਤੋਂ ਵਿਹਲਾ ਹੋਇਆ ਤੇ ਉਸਨੇ ਫਿਰ ਮਨੁੱਖ ਨੂੰ ਨਾਮ ਦਿੱਤਾ, ਕਿਉਂਕਿ ਨਾਮ ਤੋਂ ਬਿਨਾਂ ਕਿਸੇ ਚੀਜ਼ ਦੀ ਪਹਿਚਾਣ, ਕਿਸੇ ਚੀਜ਼ ਨੂੰ ਜਾਣਨ ਦੀ ਸੰਭਾਵਨਾ ਹੀ ਪੈਦਾ ਨਹੀਂ ਹੋ ਸਕਦੀ। ਧਰਤੀਆਂ ਦੇ ਨਾਮ, ਸੂਰਜਾਂ ਦੇ ਨਾਮ, ਬ੍ਰਹਿਮੰਡ ਦੇ ਸਾਰੇ ਜੀਵਾਂ ਦੇ ਨਾਮ, ਮਨੁੱਖਾਂ ਦੇ ਨਾਮ, ਇੱਥੋਂ ਤੱਕ ਕਿ ਜਦੋਂ ਮਨੁੱਖ ਵਿਹਲਾ ਹੋਇਆ ਤੇ ਉਸਨੇ ਪਰਮਾਤਮਾ ਨੂੰ ਵੀ ਨਾਮ ਦਿੱਤਾ। ਹੁਣ ਪਰਮਾਤਮਾ ਦੇ ਨਾਮ ਕਿੱਥੋਂ ਪੈਦਾ ਹੋਏ? ਜੇ ਕੋਈ ਇਨਸਾਨ ਹੋਵੇ ਉਸਦੇ ਤੇ ਮਾਂ-ਬਾਪ ਉਸਦਾ ਨਾਮਕਰਨ ਕਰ ਦਿੰਦੇ ਹਨ। ਪਰਮਾਤਮਾ ਦਾ ਨਾਮ ਕੀ? ਪਰਮਾਤਮਾ ਦੇ ਕਰਮ ਤੋਂ ਉਹਦਾ ਨਾਮ ਪਿਆ। ਅਸੰਖ ਨਾਮ ਪਰਮਾਤਮਾ ਦੇ ਨਾਮ ਅਸੰਖ ਹਨ। ਉਹ ਅੱਲਾ ਹੈ, ਉਹ ਰਾਮ ਹੈ, ਉਹ ਰਹੀਮ ਹੈ, ਉਹ ਮਧੂਸੂਦਨ ਹੈ, ਉਹ ਨਿਰੰਕਾਰ ਹੈ, ਉਹ ਕਰਤਾਰ ਹੈ। ਬਹੁਤ ਸਾਰੇ ਨਾਮ ਹਨ, ਪਰ ਇਹ ਨਾਮ ਕਿੱਥੋਂ ਪੈਦਾ ਹੋਏ? ਉਸਦੇ ਕਰਮ ਤੋਂ। ਉਸਨੇ ਕਰਮ ਕਰਨਾ ਜਦੋਂ ਸ਼ੁਰੂ ਕੀਤਾ ਤੇ ਜਿਨ੍ਹਾਂ ਭਗਤਾਂ ਨੇ ਵਿਚਾਰ ਕੀਤੀ ਗੁਰੂ ਦੀ, ਉਹਨਾਂ ਦੇ ਵਿੱਚੋਂ ਨਾਮ ਪੈਦਾ ਹੋਇਆ ਕਿ ਉਹ ਦਇਆਲੂ ਹੈ, ਉਹ ਕਿਰਪਾਲੂ ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਅਸੰਖ ਨਾਮ ਹਨ। ਇਹ ਨਾਮ ਜਿਹੜੇ ਹੈ ਉਹ ਗਿਣੇ ਨਹੀਂ ਜਾ ਸਕਦੇ। ਅਸੰਖ ਹਨ। ਥਾਂ ਅਸੰਖ ਥਾਂ। ਹੁਣ ਗੁਰੂ ਜੋ ਹੈ, ਕਿਹੜਾ ਐਸਾ ਥਾਂ ਹੈ ਜਿੱਥੇ ਗੁਰੂ ਨਹੀਂ ਹੈ? ਉਹ ਸਰਬ ਵਿਆਪਕ ਹੈ। ਉਹਦੇ ਅਸੰਖ ਥਾਂ ਹਨ। ਜਿਨ੍ਹਾਂ ਥਾਵਾਂ ਦੇ ਵਿੱਚ ਉਹ ਰਹਿੰਦਾ ਹੈ, ਉਹ ਪਰਿਪੂਰਨ ਪਰਮਾਤਮਾ ਹਰ ਥਾਂ ਵਿਆਪਕ ਹੈ। ਇਸ ਲਈ ਉਸਦੇ ਅਸੰਖ ਥਾਂ ਹਨ, ਅਸੰਖ ਨਾਮ ਹਨ ਇਸ ਧਰਤੀ ਦੇ ਉੱਤੇ। ਅਸੰਖ ਨਾਮ ਅਸੰਖ ਥਾਮ, ਅਗੰਮ ਅਗੰਮ ਅਸੰਖ ਲੋ। ਅਗੰਮ, ਗਮ ਦਾ ਮਤਲਬ ਹੁੰਦਾ ਹੈ ਗਮਤਾ ਕਰਨਾ, ਗਿਣਤੀ ਕਰਨਾ। ਜੋ ਅਗੰਮ ਸ਼ਬਦ ਹੈ,
जो गिणती तो बाहर है, जिसनों असीं मिल नहीं सकते। ऐसियां अगम का मतलब है कि जो इंसान की बुद्धि तो, इंसान के मन तो, इंसान के शरीर तो, इंसान की शोह तो, उसकी जिहड़ी शक्ति है उस तो बाहर की गल, वो है अगम। अगम अगम असंख लोग। गुरु साहब फरमाउंदे हन कि इस दुनिया दे विच ऐसे भी ब्रह्मंड हैं, ऐसियां धरतियां भी हैं जिन्हां दी इंसान नूं सिर्फ क्यास है कि वो चीज़ है, पर उहदे तक उन्हां दी शक्ति पहुँच नहीं सकती। ऐसे बहुत सारे लोह, ऐसे बहुत सारे दीप, ऐसे बहुत सारियां धरतियां, ऐसे बहुत सारे ग्रह नक्षत्र जो हैं वो हैं जिहड़े इंसान की पहुँच तो दूर है। असीं उस पिता दी जो ये ब्रह्मंड की रचना है उस दे बारे कुछ नहीं कह सकते। असंख नाम हैं उसके, असंख थाम हैं, ऐसे असंख दीप हैं जो इंसान की पहुँच तो दूर हैं। सानू उस पिता का, उसकी परिभाषा, उसके बारे के कहण दे विच असीं सिर्फ अपनी मत तक कह सकते हाँ, पर सानू ये जरूर याद रखना चाहिए है कि साडी मत जो है वो बहुत ही छोटी है। उस मत तो अगे असीं कुछ नहीं कह सकते। जिथे इंसान का गला बंद ही हो जाता है, उत्थे सिर्फ असीं नाम ही जप सकते हाँ उस पिता का। इतनियां ही बेनतियां प्रवान करनियां। गुरबाणी पढ़द्या कोई शब्द वध घट के आ गया होवे, धन धन श्री गुरु ग्रंथ साहिब जी महाराज और साध संगत बख्शण जोग है, बख्शिश लेना। अगे तो अरदास करनी, उस पिता की बाणी गाउंदा रहा, इस निगुणे नूं परमात्मा गुण बख्शे। आओ एक पंक्ति आपां छोटी जी सारी ही संगत गाइए। जेता कीता तेता नाओ, जेता कीता तेता नाओ, जेता कीता तेता नाओ, विण नावै नाही को थाओ। जेता कीता तेता नाओ, विण नावै नाही को थाओ। जेता कीता तेता नाओ, विण नावै नाही को थाओ। वाहिगुरू जी का खालसा, वाहिगुरू जी की फतेह। हुण साडे सत्कारयोग वजीर साहब बाबा जी आप नूं कीर्तन द्वारा निहाल करनगे ते उस तो बाद मेरे वीर सुरप्रीत सिंह जी आप जी नूं एक कविता दे नाल उस गुरु दे नाल जोड़नगे। इतनियां ही बेनतियां प्रवान। वाहिगुरू जी का खालसा, वाहिगुरू जी की फतेह।